ਵਾਹਿਗੁਰੂ ਵਾਹਿਗੁਰੂ। ਹਾਂਜੀ ਗੁਰਮੁਖ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਬੜੇ ਚਿਰ ਦਾ ਮਨ ਵਿੱਚ ਸੀ ਕਿ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਨਿਰਾਦਰ ਕਰਦੇ ਨੇ, ਬੇਅਦਬੀਆਂ ਕਰਦੇ ਨੇ, ਅੱਗਾਂ ਲਾ ਦਿੰਦੇ ਨੇ, ਉਹਨਾਂ ਨੂੰ ਇੱਕ ਗੁਰਬਾਣੀ ਵਿੱਚੋਂ ਦੱਸੀਏ ਕਿ ਜਿਹੜੇ ਤੁਸੀਂ ਆਪਦੇ ਵੱਲੋਂ ਬੇਅਦਬੀ ਕਰ ਰਹੇ ਹੋ, ਇਹ ਬੇਅਦਬੀ ਕਰ ਕਿਹਦੀ ਰਹੇ ਹੋ? ਤੁਸੀਂ ਉਸ ਮਾਲਕ ਦੇ ਬਚਨਾਂ ਦੀ ਬੇਅਦਬੀ ਕਰ ਰਹੇ ਹੋ ਜਿਸ ਮਾਲਕ ਦੀ, ਜਿਹੜੇ ਡੇਰਿਆਂ ਵਾਲੇ ਆ ਉਸ ਮਾਲਕ ਦੀ ਉਹ ਵੀ ਗੱਲ ਕਰਦੇ ਨੇ, ਜਿਹੜੇ ਬੇਅਦਬੀ ਕਰਾ ਦਿੰਦੇ ਨੇ ਕਈ। ਉਸ ਮਾਲਕ ਨੂੰ ਸਵੇਰੇ ਸ਼ਾਮ ਉਸ ਮਾਲਕ ਉਹ ਵੀ ਮੰਗਦਾ ਹੈ ਜਿਹੜਾ ਉਸ ਮਾਲਕ ਦੇ ਬਚਨਾਂ ਦੀ ਬੇਅਦਬੀ ਕਰਨਾ ਚਾਹੁੰਦਾ ਹੈ। ਉਹਨਾਂ ਨੂੰ ਜਾਂ ਤਾਂ ਗਿਆਨ ਹੈ ਨਹੀਂ ਵੀ ਇਹਦੇ ਵਿੱਚ ਲਿਖਿਆ ਕੀ ਹੈ, ਇਹਦੇ ਵਿੱਚ ਸੋਝੀ ਕੀ ਦਿੱਤੀ ਹੈ। ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਮਾਲਕ ਦੇ ਬਚਨ ਨੇ, ਉਸ ਪਰਮਾਤਮਾ ਦੇ ਬਚਨ ਨੇ। ਤੇ ਆਓ ਭਾਈ, ਜਿਹੜੇ ਪਹਿਲਾਂ ਇਹ ਬੇਅਦਬੀ ਕਰਦੇ ਆ ਉਹਨਾਂ ਤੋਂ ਪਹੁੰਚਾਓ ਵੀ ਇਹ ਜਿਹੜੀ ਬੇਅਦਬੀ ਕਰਦੇ ਹੋ, ਇਹਦੇ ਵਿੱਚ ਜਿਹੜੀ ਬਾਣੀ ਹੈ ਉਹ ਮੁੱਖ ਰਾਹੀਂ, ਜਿਨ੍ਹਾਂ ਨੂੰ ਤੁਸੀਂ ਕਈਆਂ ਨੂੰ ਹਿੰਦੂ ਕਹਿ ਦਿੰਦੇ ਹੋ, ਮੁਸਲਮਾਨ ਕਹਿ ਦਿੰਦੇ ਹੋ, ਗੁਰਬਾਣੀ ਦੇ ਵਿੱਚ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਉਸ ਮਾਲਕ ਦੇ ਬੰਦੇ ਹਾਂ, ਕਿਉਂਕਿ ਉਸ ਜਗ੍ਹਾ ਤੇ ਪਹੁੰਚ ਗਏ ਜਿੱਥੇ ਮਾਲਕ, ਅਸੀਂ ਵੀ ਨਾਲੇ ਗੱਲਾਂ ਉੱਥੇ ਪਹੁੰਚਣ ਦੀਆਂ ਕਰਦੇ ਹਾਂ ਤੇ ਨਾਲੇ ਉਸ ਮਾਲਕ ਦੇ ਬਚਨਾਂ ਨੂੰ ਅਸੀਂ ਅੱਗ ਲਾ ਰਹੇ ਹਾਂ। ਇਹ ਭਾਈ ਬਾਣੀ ਆਉਂਦੀ ਕਿਵੇਂ ਹੈ? ਇਹ ਧੁਰ ਕੀ ਬਾਣੀ ਹੈ। ਧੁਰ ਕੀ ਬਾਣੀ ਆਈ ਕਿੰਨਾ ਰਾਹੀਂ? ਤਿਨੇ ਸਗਲੀ ਚਿੰਤ ਮਟਾਈ। ਜਿਨ੍ਹਾਂ ਨੇ ਆਪਣੀਆਂ ਚਿੰਤਾਵਾਂ ਖਤਮ ਕਰਤੀਆਂ। ਕਿਹੜੀਆਂ ਚਿੰਤਾਵਾਂ? ਜਨਮ ਮਰਨ ਖੰਡਨ ਹੋ ਗਿਆ, ਉਹ ਚਿੰਤਾ ਸਭ ਤੋਂ ਵੱਡੀ ਹੈ, ਉਹ ਖਤਮ ਹੋ ਗਈਆਂ। ਤੇ ਉਹਨਾਂ ਨੂੰ ਇਹ ਗੁਰਬਾਣੀ ਆਈ ਜਦੋਂ ਮਾਲਕ ਨਾਲ ਉਹਨਾਂ ਦੀ ਅੰਦਰਲੀ ਦੇਹ ਮਿਲ ਗਈ। ਸਰੀਰ ਦੀ ਨਹੀਂ ਇਹ ਗੱਲ ਹੈਗੀ, ਇਹ ਕਿਸੇ ਸਰੀਰ ਦੀ ਬਾਣੀ ਨਹੀਂ ਲਿਖੀ ਹੋਈ। ਅੰਦਰਲੀ ਦੇਹ ਆਤਮਿਕ ਮਿਲਾਪ ਹੋ ਗਿਆ। ਇਹ ਬਾਣੀ ਫਿਰ ਉਹਨਾਂ ਨੂੰ, ਆਹ ਜਿਹੜਾ ਸਰੀਰ ਸੀ, ਇੱਧਰਲੀ ਭਾਸ਼ਾ ਇਹ ਬੋਲ ਸਕਦਾ ਸੀ, ਇੱਧਰਲੀ ਭਾਸ਼ਾ ਵਿੱਚ ਸਮਝਾਉਣਾ ਸੀ ਸਾਨੂੰ ਸਾਰਿਆਂ ਨੂੰ, ਸਾਰੀ ਦੁਨੀਆ ਨੂੰ। ਤੇ ਉਹਨਾਂ ਰਾਹੀਂ ਫਿਰ ਇਹ ਬਾਣੀ ਜਿਹੜੀ ਕਿੱਥੋਂ ਆਈ? ਧੁਰ ਤੋਂ। ਧੁਰ ਕੀ ਬਾਣੀ ਆਈ ਕਿੰਨਾ ਰਾਹੀਂ ਆਈ? ਤਿਨੇ ਸਗਲੀ ਚਿੰਤ ਮਟਾਈ। ਇਹ ਕਿਵੇਂ ਆਉਂਦੀ ਹੈ ਬਾਣੀ? ਇਹਨੂੰ ਬਾਣੀ ਨੂੰ ਕਿਹਾ ਗਿਆ ਸਤਿਗੁਰ ਕੀ ਬਾਣੀ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਧਿਆਨ ਨਾਲ ਸੁਣ ਲਓ, ਜਿਹੜੇ ਗੁਰਮੁਖ ਪਿਆਰੋ ਬੇਅਦਬੀ ਕਰ ਰਹੇ ਹੋ, ਸਿੱਖਾਂ ਦੇ ਗੁਰੂ ਗ੍ਰੰਥ ਦੀ ਨਹੀਂ ਕਰ ਰਹੇ, ਤੁਸੀਂ ਉਸੇ ਮਾਲਕ ਦੇ ਬਚਨਾਂ ਦੀ ਕਰ ਰਹੇ ਹੋ ਜਿਹੜੇ ਮਾਲਕ ਨੂੰ ਤੁਸੀਂ ਵੀ ਸਵੇਰੇ ਸ਼ਾਮ ਖਾਣ ਨੂੰ ਵੀ ਮੰਗਦੇ ਹੋ, ਪੀਣ ਨੂੰ ਮੰਗਦੇ ਹੋ, ਪਹਿਨਣ ਨੂੰ ਮੰਗਦੇ ਹੋ, ਰਹਿਣ ਨੂੰ ਵੀ ਮੰਗਦੇ ਹੋ। ਇਹ ਉਸ ਮਾਲਕ ਦੇ ਬਚਨ ਨੇ। ਇਹਦੇ ਵਿੱਚ ਗੁਰਮੁਖ ਪਿਆਰਿਓ ਵੇਖੋ ਗੱਲ ਕਿੱਥੋਂ ਦੀ ਕੀਤੀ ਹੈ। ਸਤਿਗੁਰੂ ਹੈ ਜਿਹੜਾ ਸਾਡੇ ਅੰਦਰ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਵਿਨਾਸ਼ੀ ਪੁਰਖ ਹੈ, ਸਭ ਮੇਰੇ ਸਮਾਏ। ਉਸ ਸਤਿਗੁਰੂ ਦੀ ਬਾਣੀ ਹੈ, ਉਹ ਤੁਹਾਡੇ ਵਿੱਚ ਵੀ ਹੈ। ਤੁਸੀਂ ਆਪਣੇ ਖਿਲਾਫ ਆਪੇ ਹੀ ਫੈਸਲਾ ਲਿਖੀ ਜਾਂਦੇ ਹੋ। ਜਿਹਾ ਬੀਜੇ ਸੋ ਲੂਣੇ, ਕਰਮਾਂ ਸੰਦੜਾ ਖੇਤ। ਇੱਕ ਪਾਸੇ ਧਾਰਮਿਕ ਬਣੇ ਹੋਏ ਹੋ, ਅਧਿਆਤਮਿਕ ਬਣੇ ਹੋਏ ਹੋ, ਤੇ ਇੱਕ ਪਾਸੇ ਇਹ ਆਪੇ ਹੀ ਫੈਸਲਾ ਆਪਣੇ ਖਿਲਾਫ ਲਿਖੀ ਜਾ ਰਹੇ ਹੋ। ਇਹ ਫੈਸਲੇ ਦਾ ਤੁਹਾਡੀ ਰੀਲ ਬਣ ਰਹੀ ਹੈ, ਫਿਲਮ ਬਣ ਰਹੀ ਹੈ ਸਾਰੀ। ਇਹ ਨਾ ਸੋਚਿਓ ਵੀ ਜੇ ਇੱਥੇ ਨਹੀਂ ਫੜੇ ਗਏ ਤਾਂ ਉਸ ਮਾਲਕ ਨੂੰ ਵੀ ਪਤਾ ਵੀ ਇਹ ਮੇਰੇ ਬਚਨਾਂ ਦਾ ਨਿਰਾਦਰ ਕਰ ਰਹੇ ਨੇ। ਤੁਹਾਡੀ ਫਿਲਮ ਬਣੀ ਜਾ ਰਹੀ ਹੈ ਤੇ ਤੁਹਾਨੂੰ ਬਾਬਾ ਰਵਿਦਾਸ ਜੀ ਸਮਝਾ ਰਹੇ ਨੇ ਇਸੇ ਗੁਰਬਾਣੀ ਦੇ ਵਿੱਚ
ਜਦੋਂ ਤੁਹਾਡਾ ਲੇਖਾ ਹੋਣਾ ਹੈ, ਜਿਨ੍ਹਾਂ ਨੇ ਇੱਕ ਕਰਮ ਕਰ ਚੁੱਕੇ ਨੇ। ਕਹਿ ਰਵਿਦਾਸ ਭਿਓ ਜਬ ਲੇਖੋ, ਜੋਈ ਜੋਈ ਕੀਨੋ ਸੋਈ ਸੋਈ ਪੇਖਿਓ। ਤੁਹਾਡੇ ਮੋਹਰੇ ਕਮਾਈ ਜਾਣੀ ਆ। ਜਿਨ੍ਹਾਂ ਨੇ ਗੁਰੂ ਦੀ ਨਰਾਦਰੀ ਕਿਵੇਂ ਕੀਤੀ ਹੈ, ਉਹਨਾਂ ਦੀ ਪਿਕਚਰ ਬਣ ਕੇ ਉੱਥੇ ਪਹੁੰਚ ਚੁੱਕੇ। ਇਹ ਤੁਹਾਨੂੰ ਦਿਖਾਈ ਜਾਣੀ ਕਿਆ ਕੀ ਕੀਤਾ ਹੈ। ਉਸ ਵੇਲੇ ਪਛਤਾਣਾ ਜਿਹੜਾ ਨਾ, ਕੋਈ ਫਾਇਦਾ ਨਹੀਂ। ਜਿਹਨੂੰ ਆਮ ਕਹਿ ਦਿੰਦੇ ਆ ਪਛਤਾਇਆ ਕਿਆ ਕਰੇ ਜਦ ਚਿੜੀਆਂ ਚੋਗੇ ਖੇਤ, ਇਹ ਉੱਥੇ ਹੀ ਪਛਤਾਉਣਾ ਸ਼ੁਰੂ ਕਰ ਦੇਣਾ ਤੁਹਾਨੂੰ। ਜਦੋਂ ਜਮ ਨੇ ਡੰਡਾ ਮਾਰ ਕੇ ਆਣ ਕੇ ਠਾਇਆ, ਪਰੇ ਉਹ ਡੰਡ ਜਮ ਸਿਰ ਉੱਪਰ, ਫਿਰ ਸੋਵਤ ਤੇ ਜਾਗਿਓ। ਤੇ ਉੱਥੇ ਫਿਰ ਤੁਸੀਂ ਕਹਿਣਾ ਕਹਾਂ ਹੋਤ, ਤੇ ਫਿਰ ਉੱਥੇ ਤੁਸੀਂ ਪਛਤਾਉਣਾ ਕਿ ਅਸੀਂ ਕੀ ਕਰ ਬੈਠੇ, ਆ ਕੀ ਕਰ ਬੈਠੇ। ਤਾਂ ਉਹਨਾਂ ਕਹਿਣਾ ਅਬ ਕਿਆ ਪਛਤਾਏ ਛੂਟਤ ਨਾਏ ਨਾ ਭਾਗਿਓ। ਉਹਨਾਂ ਨੇ ਕਹਿਣਾ ਵੀ ਹੁਣ ਛੁੱਟ ਨਹੀਂ ਸਕਦੇ, ਭੱਜ ਨਹੀਂ ਸਕਦੇ। ਉਹ ਪਿਆਰਿਓ, ਜਿਹਨਾਂ ਤੁਸੀਂ ਰੋਜ਼ ਪ੍ਰਚਾਰ ਕਰਦੇ ਹੋ, ਸਾਡੇ ਅੰਦਰ ਸ਼ਬਦ ਚੱਲਦਾ ਹੈ। ਇਸ ਬਾਣੀ ਦੇ ਵਿੱਚ ਉਸ ਸ਼ਬਦ ਦੀ ਗੱਲ ਕੀਤੀ ਗਈ ਹੈ। ਸਤਿਗੁਰੂ ਹੈ ਬੋਇਤਾ ਸ਼ਬਦ ਲਗਾਵਣ ਹਾਰ, ਤਿੱਥੇ ਪਵਨ ਨਾ ਪਾਵਕੋ ਨਾ ਜਲ ਨਾ ਕਰ। ਜਿਹੜੀ ਤੁਸੀਂ ਗੱਲ ਕਰਦੇ ਹੋ ਦਸਵੇਂ ਦਵਾਰ ਦੀ, ਇਸ ਬਾਣੀ ਦੇ ਵਿੱਚ ਦਸਵੇਂ ਦਵਾਰ ਦੀ ਗੱਲ ਕੀਤੀ ਗਈ ਹੈ। ਦਸਮ ਦਵਾਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ। ਇਹਨਾਂ ਬਚਨਾਂ ਨੂੰ ਤੁਸੀਂ ਨਿਰਾਦਰ ਕਰੀ ਜਾ ਰਹੇ ਹੋ, ਇਹਨਾਂ ਦੀ ਤੁਸੀਂ ਵੀ ਰੋਜ਼ ਗੱਲ ਕਰਦੇ ਹੋ। ਪਰ ਜੇ ਤੁਸੀਂ ਇੱਥੋਂ ਤਾਈਂ ਪਹੁੰਚੇ ਹੋ ਨਾ, ਫਿਰ ਤੁਸੀਂ ਨਿਰਾਦਰ ਨਹੀਂ ਸੀ ਕਰਦੇ। ਹੈ ਨਹੀਂ ਕੋਈ ਅਵਸਥਾ ਤੁਹਾਡੀ। ਇਹ ਤੁਹਾਨੂੰ ਮੈਂ ਪੱਕਾ ਦੱਸ ਦਿੰਦਾ ਕਿ ਜਿਹੜਾ ਬੰਦਾ ਭਗਤੀ ਕਰਕੇ ਉੱਪਰ ਉੱਠ ਜਾਂਦਾ ਨਾ, ਸਤਿਗੁਰੂ ਤਾਈਂ ਪਹੁੰਚ ਜਾਂਦਾ ਹੈ, ਉਹ ਇਹੋ ਜਿਹਾ ਕਰਮ ਨਹੀਂ ਕਰ ਸਕਦਾ। ਤੇ ਤੁਸੀਂ ਇੱਥੋਂ ਤਾਈਂ ਪਹੁੰਚੇ ਨਹੀਂ। ਤੁਸੀਂ ਤਾਂ ਸਤਿਗੁਰੂ ਆ ਸਰੀਰ ਨਾਲ ਲਿਖਾ ਲਿਆ, ਤੇ ਸਤਿਗੁਰੂ ਤਾਂ ਸਾਰਿਆਂ ਦੇ ਅੰਦਰ ਹੁੰਦਾ, ਉਹ ਤਾਂ ਜਨਮ ਮਰਨ ਚਾਹੁੰਦਾ ਹੀ ਨਹੀਂ। ਇਸ ਕਰਕੇ ਅਜੇ ਵੀ ਬੇਨਤੀ ਹੈ ਕਿ ਆਪਣਾ ਆਪ ਬਚਾ ਲਓ। ਮਾਨਸਿਆਮਾ ਤੁਹਾਨੂੰ ਵੀ ਮਿਲਿਆ ਹੈ, ਬਾਰ-ਬਾਰ ਨਹੀਂ ਮਿਲਦਾ, ਬਾਰ-ਬਾਰ ਨਹੀਂ ਮਿਲਦਾ। ਇਹ ਤੇ ਜਨਮ ਮਰਨ ਖੰਡਨ ਕਰ ਸੀ, ਤੇ ਪਤਾ ਨਹੀਂ ਕਿੰਨੇ ਜਨਮਾਂ ਦੀ ਤੁਸੀਂ ਸਜ਼ਾ ਪਾ ਕੇ ਜਾਣਾ ਇੱਥੋਂ। ਮਾਨਸ ਜਨਮ ਦਲੰਭ ਹੈ ਹੋਏ ਨਾ ਬਾਰੋ ਬਾਰ, ਜਿਉ ਬਨ ਫਲ ਪਾ ਕੇ ਭੌਂ ਗਿਰੇ ਬਹੁ ਨਾ ਲਾਗੇ ਡਾਰ। ਤੇ ਤੁਸੀਂ ਇਹ ਛੋਟੇ ਜਿਹੇ ਜੀਵਨ ਦੇ ਵਿੱਚ ਐਡਾ ਵੱਡਾ ਕਰਮ ਕਰੀ ਜਾਂਦੇ ਹੋ। ਤੁਹਾਨੂੰ ਸਮਝ ਹੀ ਨਹੀਂ ਲੱਗੀ ਕਿ ਇਹਦੇ ਵਿੱਚ ਉਸ ਮਾਲਕ ਦੀ ਗੱਲ ਹੈ, ਉਸ ਪਰਮਾਤਮਾ ਦੀ ਗੱਲ ਹੈ, ਆਤਮਾ ਦੀ ਗੱਲ ਹੈ, ਮਨ ਦੀ ਗੱਲ ਹੈ, ਉਸ ਮੂਲ ਦੀ ਗੱਲ ਹੈ। ਮੂਲ ਪਰਮਾਤਮਾ ਜਿੱਥੋਂ ਸਾਰੇ ਅਸੀਂ ਆਏ ਆ, ਜਿਹੜਾ ਸਾਰਿਆਂ ਦਾ ਜਨਮ ਮਰਨ ਕਰਾਉਣ ਵਾਲਾ, ਉਹਦੀ ਸਿਫਤ ਸਲਾਹ ਕੀਤੀ ਹੋਈ ਉਸ ਮਾਲਕ ਦੀ, ਤੇ ਤੁਸੀਂ ਉਹਨੂੰ ਹੀ ਅੱਗ ਲਾਈ ਜਾਂਦੇ ਹੋ। ਤੁਹਾਡਾ ਖੋਪਰ ਕੰਮ ਹੀ ਨਹੀਂ ਕੀਤਾ ਵੀ ਅਸੀਂ ਆਪਣੇ ਖਿਲਾਫ ਇਹ ਫੈਸਲਾ ਕਿਉਂ ਲਿਖ ਰਹੇ। ਅਜੇ ਵੀ ਬਾਜੋ, ਨਹੀਂ ਤਾਂ ਸਜ਼ਾ ਬੜੀ ਅੱਗੇ ਔਖੀ ਜੇ। ਤੁਹਾਡੇ ਕੋਲ ਇੱਥੇ ਬੜਾ ਲੋਕਾਂ ਨੇ ਤੁਹਾਨੂੰ ਮਾਲ ਦਿੱਤਾ ਹੈ, ਇੱਥੇ ਤੁਸੀਂ ਬਾਦਸ਼ਾਹ ਹੋ, ਸਮਾਜ ਸੇਵਾ ਕਰਦੇ ਹੋ, ਸਮਾਜ ਖੁਸ਼ ਹੁੰਦਾ ਹੈ, ਮਾਲਕ ਨਹੀਂ ਖੁਸ਼ ਹੁੰਦਾ ਹੈ। ਇਹ ਜੋ ਕਰਮ ਬੀਜੇ ਨੇ ਕਰਨੇ ਖੱਟਣੇ ਪੈਣੇ ਹੈ। ਤੁਹਾਡੇ ਕੋਲ ਕਿੰਨਾ ਵੀ ਧਨ ਹੋ ਜਾਏ ਨਾ, ਤੇ ਤੁਸੀਂ ਉਸ ਧਨ ਨਾਲ ਦੁਨੀਆ ਖਰੀਦ ਸਕਦੇ ਹੋ, ਮਾਲਕ ਨੂੰ ਨਹੀਂ ਖਰੀਦ ਸਕਦੇ। ਲੱਖ ਮਨ ਸੋਨਾ, ਲੱਖ ਮਨ ਰੂਪਾ, ਲੱਖ ਸ਼ਾਹਾਂ ਸ਼ਿਰਸ਼ਾਹ, ਲੱਖ ਲਸ਼ਕਰ, ਲੱਖ ਵਾਜੇ ਨੇਜੇ, ਲੱਖੀ ਘੋੜੀ ਪਾਤਸ਼ਾਹ, ਜਿੱਥੇ ਸੈਰ ਲੰਘਣਾ ਅਗਨ ਪਾਣੀ ਸਗਾ, ਕੰਧੀ ਦਿਸ ਨਾ ਆਵੀ ਤਾਹੀਂ ਪੈ ਕਹਾ, ਨਾਨਕ ਉੱਥੇ ਜਾਣੀਏ ਸ਼ਾਹ ਕੇ ਪਾਤਸ਼ਾਹ। ਇਹ ਸਮਝੋ, ਇਹ ਉੱਥੇ ਪੈਣਾ। ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਿਆ ਜਾਏ। ਅਗਨ ਦੀਆਂ ਨਦੀਆਂ ਵਿੱਚ ਸੁੱਟਿਆ ਜਾਂਦਾ ਹੈ ਇਹੋ ਜਿਹੇ ਪਾਪੀਆਂ ਨੂੰ, ਜਿਹੜੇ ਉਸ ਮਾਲਕ ਦੇ ਬਚਨਾਂ ਦਾ ਨਿਰਾਦਰ ਕਰਦੇ ਨੇ। ਕਿਸੇ ਵੀ ਗ੍ਰੰਥ ਦਾ, ਕੋਈ ਵੀ ਹੋਵੇ, ਉਹ ਮਾਲਕ ਦੀ ਗੱਲ ਕਰਦਾ। ਕਿਸੇ ਵੀ ਗ੍ਰੰਥ ਦਾ ਤੁਸੀਂ ਨਿਰਾਦਰ ਕਰਦੇ ਹੋ ਨਾ, ਜਿਹੜਾ ਮਾਲਕ ਦੀ ਗੱਲ ਕਰਦਾ ਹੈ, ਤਾਂ ਉੱਥੇ ਇਹੀ ਸਜ਼ਾ ਮਿਲਣੀ ਹੈ, ਭਾਵੇਂ ਕੋਈ ਵੀ ਹੋਵੇ। ਆਗੇ ਬਿਮਲ ਨਦੀ ਅਗਨ ਬਿਖ ਝੇਲਾ, ਤਿੱਥੇ ਅਵਰ ਨਾ ਕੋਈ ਜੀਉ ਅਕੇਲਾ, ਪੜ ਪੜ ਅਗਨ ਸਾਗਰ ਦੇ ਲਹਿਰੀ, ਪੜ ਦੱਜੇ ਮਨ ਮੁਖਤਾਈ। ਉਹ ਇਹ ਦਰਗਾਹ ਦੇ ਵਿੱਚ ਕਿੰਨੇ ਸ਼ਬਦ ਨੇ। ਕਰ ਮੈਂ ਕਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਿਆਣ, ਪੰਜ ਸ਼ਬਦ ਧਨਕਾਰ ਧੁਨ ਤੇ ਬਾਜੇ ਸ਼ਬਦ ਨਿਸ਼ਾਨ,
ਤਾਰ ਘੋਰ ਬਜੰਤਰ ਤੇ ਸੱਚ ਤਖਤ ਸੁਲਤਾਨ। ਉਸ ਮਾਲਕ ਦੇ ਤਖਤ ਤੱਕ ਦੀ ਗੱਲ ਕੀਤੀ ਹੈ। ਉਸ ਮਾਲਕ ਦੇ ਸੱਚ ਪ੍ਰਮਾਤਮਾ ਦੇ ਇੱਕ ਸ਼ਬਦ ਨਹੀਂ, ਦਰਗਾਹ ਦੇ ਬਹੁਤ ਸ਼ਬਦ ਨੇ ਜਿਹਨੂੰ ਕਹਿ ਦਿੰਦੇ ਆਪਾਂ ਅੱਗਾ ਕਿਹੜਾ ਵੇਖਿਆ ਕਿਸੇ। ਇਹ ਗੁਰੂ ਗ੍ਰੰਥ ਸਾਹਿਬ ਵਿੱਚ ਅੱਗਾ ਬਹੁਤ ਜ਼ਿਆਦਾ ਸਾਰਾ ਵਿਖਾਇਆ ਹੋਇਆ ਹੈ। ਉਹ ਅਸੀਂ ਕਿਉਂ ਕਹਿੰਦੇ ਹਾਂ? ਕਿਉਂਕਿ ਪੜ੍ਹਦੇ ਹੀ ਨਹੀਂ ਕਦੇ। ਇਸ ਕਰਕੇ ਮੇਰੇ ਵੱਲੋਂ ਬੇਨਤੀ ਹੈ ਵੀ ਅੱਜ ਵੀ ਪਛਤਾਵਾ ਕਰਕੇ ਅੰਦਰੋਂ ਸਿੱਧੇ ਰਾਹ ਪੈ ਜਾਈਏ, ਆਪਾਂ ਨਾ ਇਹੋ ਜਿਹਾ ਕਰਮ ਕਰੀਏ ਤੇ ਸ਼ਾਇਦ ਮਾਲਕ ਬਖਸ਼ਦਾ ਹੈ। ਤੇ ਜੇ ਕੰਮ ਤੁਸੀਂ ਜਾਰੀ ਰੱਖਣਾ ਗੁਰਮੁਖੋ, ਅੰਦਰੋਂ ਤੁਸੀਂ ਉਸੇ ਮਾਲਕ ਦੀ ਸਰੀਰ ਹੋ, ਉਸ ਮਾਲਕ ਦੀ ਆਤਮਾ ਹੋ। ਬਾਹਰੋਂ ਕਿਉਂ ਕਮਲੇ ਬਣ ਗਏ ਆਣ ਕੇ? ਕਿਉਂ ਕਿਸੇ ਉਸ ਗੁਰੂ ਤੋਂ ਸੋਝੀ ਨਹੀਂ ਲਈ ਜਿਹਦੇ ਵਿੱਚ ਸਾਰਿਆਂ 'ਚ ਤੁਹਾਨੂੰ ਪਰਮਾਤਮਾ ਦਿਖਾਉਂਦਾ ਹੈ? ਇਹ ਨੇਤਰੋ ਮੇਰਿਓ ਹਰ ਤੁਮੈ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਉਸ ਮਾਲਕ ਦਾ ਨਰਾਦਰ ਕਰੀ ਜਾਂਦੇ ਹੋ, ਉਸ ਨਿਰੰਕਾਰ ਦੇ ਬਚਨਾਂ ਦਾ ਨਰਾਦਰ ਕਰੀ ਜਾਂਦੇ ਹੋ। ਜਿਹੜਾ ਤੁਹਾਨੂੰ ਕਹਿੰਦਾ ਸਾਰਿਆਂ 'ਚ ਹਰੀ ਹੈ, ਉਹ ਸਾਰਿਆਂ 'ਚ ਪ੍ਰਮਾਤਮਾ ਹੈ, ਘੱਟ ਘੱਟ ਵਿੱਚ ਵਸਿਆ ਹੋਇਆ ਹੈ। ਇਸ ਕਰਕੇ ਬੇਨਤੀ ਹੈ ਭਾਈ, ਤੁਹਾਨੂੰ ਵੀ ਮਾਨਸਿਆਵਾਂ ਮਿਲਿਆ ਹੈ, ਅਜੇ ਵੀ ਸੁਧਰ ਕੇ ਸ਼ਰਨ 'ਚ ਆ ਜਾਓ। ਕਿਸੇ ਵੀ ਗ੍ਰੰਥ ਦੀ ਬੇਅਦਬੀ ਬੇਇੱਜ਼ਤੀ ਕਰਨਾ ਛੱਡੋ। ਜੋ ਮਾਲਕ ਦੀ ਗੱਲ ਕਰਦਾ, ਮਾਲਕ ਦੀ ਸਿਫਤ ਸਲਾਹ ਕਰਦਾ। ਇੰਨੀਆਂ ਕੁ ਬੇਨਤੀਆਂ ਨੇ ਗੁਰਮੁਖੋ, ਇਹ ਪਹੁੰਚਾ ਦਿਓ ਜੇ ਪਹੁੰਚਾ ਸਕਦੇ ਹੋ। ਜਿੱਥੇ ਛੱਡਣੀ ਤੁਹਾਡੀ ਮਰਜ਼ੀ ਹੈ। ਤੇ ਜੇ ਤੁਹਾਨੂੰ ਚੰਗੀ ਲੱਗੇ ਵੀ ਇਹ ਕਿਸੇ ਦਾ, ਉਹਦਾ ਵੀ ਭਲਾ ਹੋ ਜਾਏ, ਜਿਹੜਾ ਜਿਹਨੂੰ ਇਹ ਪਤਾ ਨਹੀਂ, ਬੇਸਮਝ ਹੋ ਕੇ ਜਿਹੜਾ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੀ ਜਾਂਦਾ। ਇਹਨੂੰ ਪੜ੍ਹਨ ਵਾਲੇ ਵੀ ਕਰ ਗਏ ਨੇ ਕਈ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਕਈ ਬੰਦੇ ਰੋਜ਼ ਪੜ੍ਹਨ ਵਾਲੇ, ਉਹਦਾ ਰੀਜ਼ਨ ਪਤਾ ਕੀ ਹੈ? ਲਾਈਨ ਬਣਾ ਕੇ ਪੜ੍ਹੀ ਜਾਂਦੇ ਨੇ, ਪਤਾ ਹੀ ਨਹੀਂ ਵਿੱਚ ਕੀ ਲਿਖਿਆ। ਮੈਨੂੰ ਬਹੁਤ ਇਸ ਤਰ੍ਹਾਂ ਦੇ ਬੰਦੇ ਮਿਲਦੇ ਨੇ ਜਿਨ੍ਹਾਂ ਦੇ 2-2 ਹਜ਼ਾਰ ਅਖੰਡ ਪਾਠ ਕੀਤੇ, ਜਦੋਂ ਆਹ ਗੱਲਾਂ ਪੁੱਛੀਏ ਪਤਾ ਹੀ ਨਹੀਂ ਕਿੱਥੇ ਲਿਖਿਆ ਕੀ ਲਿਖਿਆ। ਇਸ ਕਰਕੇ ਬੇਨਤੀ ਹੈ ਕਿ ਸਾਡਾ ਪ੍ਰਚਾਰ ਵੀ ਉਸ ਵਰਗਾ ਹੋਣਾ ਚਾਹੀਦਾ ਹੈ ਕਿ ਜੋ ਆ ਗੁਰੂ ਦੇ ਦਰਗਾਹ ਵਾਲੇ ਸ਼ਬਦ ਨੇ, ਇਹਨਾਂ ਦੀ ਵੀ ਭਾਈ ਜਿਹੜੇ ਗੁਰੂ ਦੀ ਸੇਵਾ 'ਤੇ ਲੱਗੇ ਨੇ ਉਹ ਵਿਆਖਿਆ ਕਰਕੇ ਦੱਸਿਆ ਕਰੋ, ਤਾਂ ਕਿ ਪਤਾ ਲੱਗੇ ਦੁਨੀਆ ਨੂੰ ਵੀ ਇਹ ਗੁਰੂ ਗ੍ਰੰਥ ਸਾਹਿਬ ਉਸ ਮਾਲਕ ਨੇ ਹੀ ਇਹ ਗੁਰਬਾਣੀ ਸਤਿਗੁਰੂ ਰਾਹੀਂ ਉਹਨਾਂ ਦੇ ਮੁਖ 'ਚੋਂ ਕਢਾਈ ਹੈ, ਜਿਹੜੇ ਉਹਨਾਂ ਇੱਕ ਮੁਖ ਹੋ ਗਏ। ਗਲਤੀਆਂ ਹੋਈਆਂ ਜੀ ਮਾफ़ ਕਰਿਓ ਜੀ। ਫਤਿਹ ਬੁਲਾਉਂਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।